ਸੁਭਾਸ਼ ਜੀ ਕਿਵੇਂ ਕਿਸਾਨਾਂ ਲਈ ਜਿਹੜਾ ਵਾ ਹੁਣ ਕੇਂਦਰ ਸਰਕਾਰ ਸੋਚ ਰਹੀ ਹੈ ਇਸ ਵੇਲੇ? ਦੇਖੋ, ਮੈਂ ਜੀਵਨ ਜੀ ਦੀ ਗੱਲ ਨੂੰ ਅੱਗੇ ਵਧਾਉਣਾ ਹੈ। ਕਿਸਾਨਾਂ ਲਈ ਤਾਂ ਆਲਰੇਡੀ ਮੋਦੀ ਸਰਕਾਰ ਨੇ ਬਹੁਤ ਪੈਕੇਜ ਦਿੱਤੇ ਹੈ। ਅਗਰ ਅਸੀਂ ਸਿਰਫ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਗੱਲ ਕਰੀਏ ਤੇ ਪੰਜਾਬ ਦੇ 23 ਲੱਖ ਕਿਸਾਨਾਂ ਨੂੰ 24 ਅਰਬ ਰੁਪਏ ਹੁਣ ਤੱਕ ਉਹਨਾਂ ਦੇ ਖਾਤੇ 'ਚ ਆ ਚੁੱਕੇ ਹੈ। ਅਗਰ ਅਸੀਂ ਸੋਇਲ ਹੈਲਥ ਕਾਰਡ ਦੀ ਗੱਲ ਕਰੀਏ, ਅਗਰ ਅਸੀਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਗੱਲ ਕਰੀਏ, ਔਰ ਸਭ ਤੋਂ ਵੱਡਾ ਕੰਮ ਜਿਹੜਾ ਪੰਜਾਬ ਦੇ ਕਿਸਾਨਾਂ ਲਈ ਕੀਤਾ ਹੈ ਕਿ ਕਿਸਾਨ ਦੀ ਫਸਲ ਦੀ ਅਦਾਇਗੀ ਸਿੱਧੀ ਉਹਦੇ ਖਾਤੇ 'ਚ ਕਰਨਾ। ਦੇਖੋ, ਕਿਤੇ ਦੁਨੀਆ 'ਚ ਐਸਾ ਨਹੀਂ ਹੁੰਦਾ ਸੀ ਕਿ ਜੋ ਪ੍ਰੋਡਿਊਸ ਕਰ ਰਿਹਾ ਹੈ, ਜੋ ਬਣਾ ਰਿਹਾ ਹੈ, ਜਦੋਂ ਆਪਣਾ ਸਮਾਨ ਵੇਚੇ ਤੇ ਉਹਦੇ ਪੈਸੇ ਕਿਸੇ ਹੋਰ ਦੇ ਖਾਤੇ 'ਚ ਆ ਜਾਣ। ਇਹ ਚੱਲ ਰਿਹਾ ਸੀ ਸਾਲਾਂ ਸਾਲ, ਦਸ਼ਕਾਂ ਤੱਕ, ਦਹਾਕਿਆਂ ਤੱਕ ਚੱਲ ਰਿਹਾ ਸੀ। ਮੋਦੀ ਸਾਹਿਬ ਨੇ ਕਿਹਾ ਨਹੀਂ, ਇਹ ਗਲਤ ਹੈ। ਅਗਰ ਕਿਸਾਨ ਮਿਹਨਤ ਕਰ ਰਿਹਾ ਹੈ, ਕਿਸਾਨ ਫਸਲ ਬੀਜ ਰਿਹਾ ਹੈ, ਤੇ ਜਦੋਂ ਫਸਲ ਵੇਚਦਾ ਹੈ ਤੇ ਉਹਦੇ ਪੈਸੇ ਉਹਦੇ ਖਾਤੇ ਸਿੱਧੇ ਕਿਉਂ ਨਾ ਆਉਣ? ਔਰ ਤੁਹਾਨੂੰ ਯਾਦ ਹੋਏਗਾ ਜਦੋਂ ਅਸੀਂ ਇਹ ਗੱਲ ਕਹੀ ਔਰ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ, ਪੰਜਾਬ ਦੀ ਸਰਕਾਰ ਦਾ ਕੀ ਰਵੱਈਆ ਸੀ, ਵਿਰੋਧੀ ਧਿਰਾਂ ਦਾ ਕੀ ਰਵੱਈਆ ਸੀ। ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਇਹਦਾ ਵਿਰੋਧ ਕੀਤਾ। ਉਹਨੇ ਕਿਹਾ ਜੀ ਦੇਖੋ, ਇਹਦੇ ਨਾਲ ਕਿਸਾਨ ਆੜ੍ਹਤੀ ਭਾਈਚਾਰੇ ਨੂੰ ਤੋੜਨਾ ਚਾਹੁੰਦੀ ਹੈ ਕੇਂਦਰ ਸਰਕਾਰ। ਆਸ਼ੂ ਜੀ ਜਿਹੜੇ ਮੰਤਰੀ ਨੇ ਉਹ ਜਾ ਕਰਕੇ ਪੀਯੂਸ਼ ਗੋਇਲ ਜੀ ਕੋਲੋਂ ਪਲੀਡ ਕਰਦੇ ਰਹੇ ਆਪਣੇ ਅਫਸਰਾਂ ਨੂੰ ਲਿਜਾ ਕੇ ਕਿ ਇਹ ਕੰਮ ਨਾ ਕਰੋ। ਲੇਕਿਨ ਸਾਡੀ ਸਰਕਾਰ ਨੇ ਪ੍ਰਤੀਬੱਧਤਾ ਦਿਖਾਈ ਕਿ ਨਹੀਂ, ਹੱਕ ਦੀ ਗੱਲ ਇਹੀ ਹੈ ਕਿ ਜਿਹਦੀ ਫਸਲ ਪੈਸਾ ਉਹਦੇ ਖਾਤੇ ਸਿੱਧਾ। ਅੱਜ ਪੰਜਾਬ ਦੇ ਕਿਸਾਨਾਂ ਦੇ ਖਾਤੇ 'ਚ ਉਹਨਾਂ ਦੀ ਫਸਲ ਦਾ ਪੈਸਾ ਸਿੱਧਾ ਆ ਰਿਹਾ ਹੈ। ਉਹਨਾਂ ਨੂੰ ਕਿਸੇ ਦੇ ਪਿੱਛੇ ਨਹੀਂ ਫਿਰਨਾ ਪੈਂਦਾ, ਚੱਕਰ ਨਹੀਂ ਲਗਾਉਣੇ ਪੈਂਦੇ ਕਿ ਇਹ ਕਿਸੇ ਪੈਕੇਜ ਤੋਂ ਘੱਟ ਹੈ। ਅੱਜ ਅਗਰ ਸਾਡੀ ਸਰਕਾਰ ਡਾਈਵਰਸੀਫਿਕੇਸ਼ਨ ਲਈ ਕੰਮ ਕਰ ਰਹੀ ਹੈ ਕੇਂਦਰ ਦੀ, ਅੱਜ ਅਗਰ MSP ਹਰ ਵਾਰ ਵਧਾਇਆ ਜਾ ਰਿਹਾ, ਤੁਸੀਂ MSP ਦਾ ਰਿਕਾਰਡ ਚੈੱਕ ਕਰੋ, ਬਹੁਤ ਭਰਮ ਫੈਲਾਉਂਦੇ ਰਹੇ। ਮਨਮੋਹਨ ਸਿੰਘ ਜੀ ਦੀ ਸਰਕਾਰ 'ਚ ਜੋ MSP ਵਧੀ 10 ਸਾਲਾਂ 'ਚ ਔਰ ਪਿਛਲੇ 7 ਸਾਲਾਂ 'ਚ ਜੋ MSP ਵਧੀ, 2.5 ਗੁਣਾ ਦਾ ਫਰਕ ਹੈ। ਹੁਣ ਤੱਕ MSP 'ਚ ਕੀ ਸੀ? ਹੋਰ ਵੱਡੀ ਗੱਲ ਜਿਹੜਾ ਇਸ ਨੂੰ ਉਹ ਵੀ ਪੈਕੇਜ ਤੋਂ ਘੱਟ ਨਹੀਂ ਹੈ। ਕਿਸਾਨਾਂ ਦੀ ਇੱਕ ਮੰਗ ਸੀ, ਬਹੁਤ ਸਾਰੇ ਸਾਡੇ ਸਾਥੀ ਵੀ ਕਹਿੰਦੇ ਆ ਸਵਾਮੀਨਾਥਨ ਕਮੇਟੀ ਦੀ ਗੱਲ ਕਰਦੇ ਆ। ਸਵਾਮੀਨਾਥਨ ਕਮੇਟੀ ਦੀਆਂ ਜਿਹੜੀਆਂ ਮੁੱਖ ਸਿਫਾਰਿਸ਼ਾਂ ਸੀ ਉਹ 'ਚ ਇੱਕ ਇਹ ਵੀ ਸੀ ਕਿ ਤੁਸੀਂ MSP ਨੂੰ ਲਾਗਤ ਮੁੱਲ ਨਾਲ ਜੋੜੋ। ਕਿਸੇ ਸਰਕਾਰ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ। ਮਨਮੋਹਨ ਸਿੰਘ ਜੀ 10 ਸਾਲ ਫਾਈਲ ਦੱਬ ਕੇ ਬੈਠੇ ਰਹੇ। ਸਾਡੀ ਸਰਕਾਰ ਆਈ ਪ੍ਰਧਾਨ ਮੰਤਰੀ ਜੀ ਦੀ, ਅਸੀਂ MSP ਨੂੰ ਲਾਗਤ ਮੁੱਲ ਨਾਲ ਜੋੜਨ ਦਾ ਕਾਨੂੰਨ ਲੈ ਕੇ ਆਏ। ਅੱਜ ਉਹ ਕਾਨੂੰਨੀ ਰੂਪ ਲੈ ਚੁੱਕਿਆ ਕਿ ਤੁਹਾਨੂੰ MSP ਜਿਹੜੀ ਉਹ ਲਾਗਤ ਮੁੱਲ ਦਾ 1.5 ਗੁਣਾ ਦੇਣੀ ਪੈਣੀ ਹੈ। ਹੁਣ ਕਿਸਾਨ MSP ਲਈ ਮਰਜ਼ੀ ਤੇ ਨਿਰਭਰ ਨਹੀਂ ਹੈ। ਕਿਆ ਇਹ ਕਿਸਾਨ ਦੇ ਹਿਤੈਸ਼ੀ ਫੈਸਲਾ ਨਹੀਂ ਹੈ? ਚਾਹੇ ਅਸੀਂ ਪ੍ਰਧਾਨ ਮੰਤਰੀ ਜੀ ਨੇ ਪਰਸੋਂ ਇੱਕ ਬਹੁਤ ਬੜਾ ਕਾਰਿਆਕਰਮ ਕੀਤਾ, ਕਿਹਾ ਕਿ ਆਰਗੈਨਿਕ ਫਾਰਮਿੰਗ ਵੱਲ, ਨੈਚੁਰਲ ਫਾਰਮਿੰਗ ਵੱਲ ਜਾਓ। ਪੰਜਾਬ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਪੰਜਾਬ 'ਚ ਅਸੀਂ ਦੇਖ ਰਹੇ ਹਾਂ ਕਿ ਕੈਮੀਕਲਸ ਦੇ ਕਰਕੇ, ਫਰਟੀਲਾਈਜ਼ਰਸ ਦੇ ਕਰਕੇ, ਪੈਸਟੀਸਾਈਡਸ ਦੇ ਕਰਕੇ ਸਾਡੀ ਜ਼ਮੀਨ ਜ਼ਹਿਰੀਲੀ ਹੋ ਗਈ, ਸਾਡਾ ਪਾਣੀ ਜ਼ਹਿਰੀਲਾ ਹੋ ਗਿਆ, ਸਾਡੀ ਹਵਾ ਜ਼ਹਿਰੀਲੀ ਹੋ ਗਈ। ਪੂਰਾ ਸਾਡੀ ਮਾਲਵਾ ਬੈਲਟ ਕੈਂਸਰ ਦੀ ਮਹਾਮਾਰੀ ਨਾਲ ਗ੍ਰਸਤ ਹੈ। ਉਸ ਤੋਂ ਮੁਕਤੀ ਦਿਲਾਉਣ ਦਾ ਕੰਮ ਆਰਗੈਨਿਕ ਫਾਰਮਿੰਗ ਨਾਲ ਸਪੈਸ਼ਲ ਬਿਲਕੁਲ ਮੈਂ ਕਹਿੰਦਾ ਬਿਲਕੁਲ ਹੋਏਗਾ। ਔਰ ਇਹ ਪੈਕੇਜ ਸਿਰਫ ਪੰਜਾਬ ਲਈ ਕਿਉਂ, ਪੂਰੇ ਹਿੰਦੁਸਤਾਨ ਦੇ ਕਿਸਾਨਾਂ ਲਈ ਹੋ ਰਿਹਾ। ਸਾਡੀ ਸਰਕਾਰ ਦੀ ਪ੍ਰਤੀਬੱਧਤਾ ਹਿੰਦੁਸਤਾਨ ਦੇ ਕਿਸਾਨ ਲਈ ਹੈ। ਔਰ ਮੈਂ ਅੱਜ ਵੀ ਇਸ ਗੱਲ ਨੂੰ ਕਹਿ ਰਿਹਾ ਕਿ ਕੋਈ ਵਿਰੋਧੀ ਧਿਰ ਜਿਸ ਮਰਜ਼ੀ ਪਲੇਟਫਾਰਮ ਤੇ ਆ ਕੇ ਸਾਡੇ ਨਾਲ ਡਿਬੇਟ ਕਰ ਲਏ, ਬਹਿਸ ਕਰ ਲਏ ਸਾਰਵਜਨਿਕ ਰੂਪ 'ਚ ਕਿ ਉਹਨਾਂ ਦੀਆਂ ਸਰਕਾਰਾਂ ਨੇ, ਚਾਹੇ ਉਹ ਕੇਂਦਰ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੀਆਂ, ਚਾਹੇ ਉਹ ਸੂਬੇ ਦੀਆਂ ਸਰਕਾਰਾਂ ਹੈ, ਉਹਨਾਂ ਨੇ ਕਿਸਾਨਾਂ ਲਈ ਕੀ ਕੀਤਾ। ਔਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਜਾਂ ਸਾਡੀਆਂ ਸੂਬਾ ਸਰਕਾਰਾਂ, ਤੁਸੀਂ ਹਰਿਆਣਾ ਦੇਖ ਲਓ, ਹਰਿਆਣੇ 'ਚ ਸਾਡੀ ਮਨੋਹਰ ਲਾਲ ਖੱਟਰ ਜੀ ਦੀ ਸਰਕਾਰ ਕਿੰਨੀਆਂ ਫਸਲਾਂ ਤੇ ਜ਼ਿਆਦਾ MSP ਦੇ ਰਹੀ ਹੈ ਪੰਜਾਬ ਨਾਲੋਂ। ਉਹਨਾਂ ਦੀਆਂ ਕਿੰਨੀ ਪ੍ਰਕਾਰ ਦੀਆਂ ਨਵੀਆਂ ਸਕੀਮਾਂ, ਚਾਹੇ ਉਹ ਭਵੰਤਰ ਸਕੀਮ ਨੂੰ ਲਾਗੂ ਕਰਨ ਦੀ ਗੱਲ ਹੋਵੇ, ਕਿਸ ਪ੍ਰਕਾਰ ਉੱਥੇ ਕਿਸਾਨ ਔਰ ਕਿਸਾਨੀ ਲਈ ਕੰਮ ਹੋ ਰਹੇ ਹੈ। ਮੱਧ ਪ੍ਰਦੇਸ਼ ਦੀ ਸਰਕਾਰ ਦੇਖ ਲਓ, ਗੁਜਰਾਤ ਦੀ ਸਰਕਾਰ ਦੇਖ ਲਓ, ਉੱਥੋਂ ਦੀ ਐਗਰੀਕਲਚਰ ਦੀ ਗਰੋਥ ਦੇਖ ਲਓ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਪਬਲਿਕ ਡੋਮੇਨ 'ਚ ਨੇ, ਇਹ ਜਿਹੜੇ ਤੁਹਾਨੂੰ ਮੈਂ ਤੱਥ ਤੁਹਾਡੇ ਸਾਹਮਣੇ ਰੱਖ ਰਿਹਾ, ਪਬਲਿਕ ਡੋਮੇਨ ਦੇ ਤੱਥ ਨੇ। ਸੁਭਾਸ਼ ਜੀ, ਇੱਕ ਸਵਾਲ ਇਹ ਵੀ ਹੈ, ਜੀਵਨ ਜੀ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਪਾਰਟੀ ਹੈ, ਤੁਸੀਂ ਸਾਰੀ ਸਕੀਮਾਂ ਗਿਣਵਾਈਆਂ, ਕਿਸਾਨਾਂ ਦੇ ਖਾਤੇ ਵਿੱਚ ਡਾਇਰੈਕਟ ਪੈਸੇ। ਮੈਂ ਅਮਿਤ ਸ਼ਾਹ ਹੋਮ ਮਿਨਿਸਟਰ ਨੇ ਉਹਨਾਂ ਦਾ ਇੱਕ ਬਿਆਨ ਪੜ੍ਹ ਰਿਹਾ ਸੀ। ਉਹ ਕਹਿ ਰਹੇ ਨੇ ਕਿ ਹੋ ਸਕਦਾ ਸਾਡੇ ਫੈਸਲੇ ਗਲਤ ਹੋਣ ਲੇਕਿਨ ਸਾਡੀ ਨੀਅਤ ਸਾਫ਼ ਹੈ। ਇਹ ਜਿਹੜੀ ਲਾਈਨ ਹੁਣ ਚੂਜ਼ ਕਰ ਰਹੀ ਹੈ BJP, ਇਲੈਕਸ਼ਨ ਵੀ ਨੇ, ਇਲੈਕਸ਼ਨ ਮੋਡ ਵਿੱਚ ਨੇ, ਤੁਹਾਨੂੰ ਕੀ ਲੱਗਦਾ ਕਿ ਫੈਸਲੇ ਜਦੋਂ ਇਹ ਮੰਨਣ ਲੱਗ ਜਾਣ ਕਿ ਹਾਂ ਕੁਝ ਫੈਸਲੇ ਗਲਤ ਹੋ ਸਕਦੇ ਨੇ, ਕਿਤੇ ਨਾ ਕਿਤੇ ਲੱਗਦਾ ਵੀ ਤੁਸੀਂ ਕਿਸਾਨਾਂ ਨੂੰ ਉਹ ਸੌਫਟ ਕਾਰਨਰ ਉਹ ਦੱਸਣਾ ਚਾਹ ਰਹੇ ਹੋ ਕਿ ਨਹੀਂ, ਪਾਰਟੀ ਤੁਹਾਡੇ ਨਾਲ ਖੜੀ ਹੈ? ਦੇਖੋ, ਸਾਡੀ ਪਾਰਟੀ ਤੇ ਹਮੇਸ਼ਾ ਤੋਂ ਇਹ ਗੱਲ ਕਹਿੰਦੀ ਰਹੀ ਹੈ। ਤੁਹਾਨੂੰ ਧਿਆਨ 'ਚ ਹੋਏਗਾ, ਲੈਂਡ ਐਕੁਈਜ਼ੀਸ਼ਨ ਆਰਡੀਨੈਂਸ ਆਇਆ, ਐਕਟ ਆਇਆ, ਅਸੀਂ ਵਾਪਸ ਲਿਆ। ਇਹ ਖੇਤੀ ਕਾਨੂੰਨ ਬਣੇ, ਅਸੀਂ ਬਹੁਤ ਕੋਸ਼ਿਸ਼ ਕੀਤੀ ਸਮਝਾਉਣ ਦੀ। ਪ੍ਰਧਾਨ ਮੰਤਰੀ ਜੀ ਨੇ ਜਿਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਕਿ ਸਾਡੇ ਜਿਹੜੀ ਭਾਵਨਾ ਸੀ ਉਹ ਦੀ ਲੋਹ ਵਾਂਗੂ ਪਵਿੱਤਰ ਸੀ, ਅਸੀਂ ਨਹੀਂ ਸਮਝਾ ਸਕੇ, ਅਸੀਂ ਵਾਪਸ ਲੈ ਲਿਆ, ਅਸੀਂ ਜ਼ਿੱਦ ਨਹੀਂ ਕੀਤੀ। ਉਹਨੂੰ ਤੁਹਾਨੂੰ ਅੱਜ ਹੋਰ ਕਹਿ ਰਹੇ ਹਾਂ, ਤੁਸੀਂ ਇਤਿਹਾਸ 'ਚ ਜਾਓ, ਹਿੰਦੁਸਤਾਨ 'ਚ ਬੜੇ ਵੱਡੇ ਕਿਸਾਨ ਅੰਦੋਲਨ ਹੋਏ, ਉਹਨਾਂ ਕਿਸਾਨ ਅੰਦੋਲਨਾਂ ਨੂੰ ਕਿੱਦਾਂ ਦਬਾਇਆ ਗਿਆ, ਇਹਦਾ ਵੀ ਇਤਿਹਾਸ ਸਾਖੀ ਹੈ।
ਲੇਕਿਨ ਸਾਡੀ ਸਰਕਾਰ ਨੇ, ਪ੍ਰਧਾਨ ਮੰਤਰੀ ਜੀ ਨੇ ਮਾਫੀ ਮੰਗ ਕੇ ਵਿਨਮਰਤਾ ਦੇ ਨਾਲ ਕਾਨੂੰਨ ਵਾਪਸ ਵੀ ਲਏ। ਬਾਕੀ ਮੰਗਾਂ ਤੇ ਵੀ ਅਸੀਂ ਸੁਹਿਰਦਤਾ ਨਾਲ ਵਿਚਾਰ ਕਰ ਰਹੇ ਹਾਂ। ਸਾਡਾ ਏਜੰਡਾ ਇੱਕ ਹੀ ਹੈ, ਕਿਸਾਨਾਂ ਦੀ ਭਲਾਈ। ਸਾਡਾ ਏਜੰਡਾ ਇੱਕ ਫਿਰ ਹੀ ਹੈ, ਕਿਸਾਨਾਂ ਦੀ ਇੰਨੀ ਦੇਰ ਆਮਦਨੀ ਕਿਉਂ ਲੱਗੀ? 1 ਸਾਲ ਦਾ ਸਮਾਂ ਹੈ, 700 ਕਿਸਾਨਾਂ ਦੀ ਮੌਤ, ਇਹ ਵੀ ਤਾਂ ਸਵਾਲ ਉੱਠ ਇਸ ਰਿਹਾ ਕਰਕੇ ਲੱਗੀ ਕਿ ਅਸੀਂ ਸਮਝਾਉਣਾ ਚਾਹੁੰਦੇ ਸੀ, ਕਿਉਂਕਿ ਅਸੀਂ ਬਣਾਏ ਕਿਸਾਨਾਂ ਦੀ ਭਲਾਈ ਲਈ ਸੀ। ਔਰ ਤੁਹਾਨੂੰ ਮੈਂ ਅੱਜ ਵੀ ਇੱਕ ਗੱਲ ਕਹਿ ਰਿਹਾ, ਸਾਡਾ ਏਜੰਡਾ ਉਹੀ ਹੈ। ਉਹ ਠੀਕ ਹੈ ਕਿ ਸਹਿਮਤੀ ਨਹੀਂ ਬਣ ਸਕੀ, ਉਹ ਠੀਕ ਹੈ ਕਿ ਅਸੀਂ ਸਮਝਾ ਨਹੀਂ ਸਕੇ, ਵਾਪਸ ਲੈ ਲਏ, ਲੇਕਿਨ ਅਸੀਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਹਰ ਹੀਲਾ ਅਪਣਾਇਆ। ਔਰ ਅੱਗੇ ਵੀ ਕ੍ਰਿਸ਼ੀ ਖੇਤਰ 'ਚ ਬਦਲਾਵਾਂ ਦੀ ਲੋੜ ਹੈ, ਖੇਤੀ ਖੇਤਰ 'ਚ ਸੁਧਾਰਾਂ ਦੀ ਵੀ ਲੋੜ ਹੈ, ਕਿਉਂਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਕਾਨੂੰਨ ਵਾਪਸ ਹੋਣ ਨਾਲ ਨਹੀਂ ਰੁਕਣ ਵਾਲੀਆਂ। ਕਿਸਾਨਾਂ ਤੇ ਚੜਿਆ ਕਰਜ਼ਾ ਕਾਨੂੰਨ ਵਾਪਸ ਹੋਣ ਨਾਲ ਨਹੀਂ ਉਤਰਨ ਵਾਲਾ। ਉਹਦੇ ਲਈ ਜਿਸ ਪ੍ਰਕਾਰ ਦੇ ਵੀ ਸੁਧਾਰ ਚਾਹੀਦੇ ਹੋਣਗੇ, ਸਰਕਾਰ ਹੁਣ ਸਹਿਮਤੀ ਬਣਾ ਕੇ ਹੋਰ ਜ਼ਿਆਦਾ ਡਾਇਲੋਗ ਕਰੇਗੀ, ਹੋਰ ਜ਼ਿਆਦਾ ਕੰਸੈਂਸਸ ਬਣਾਏਗੀ, ਲੇਕਿਨ ਸਾਡਾ ਏਜੰਡਾ ਕਿਸਾਨਾਂ ਦੀ ਭਲਾਈ ਦਾ ਉਹ ਜਾਰੀ ਰਹੇ।